का खालसा वाहिगुरू जी की फतेह। सुखमनी ਸਾਹਿਬ ਪਾਠ ਦੀ ਦੂਜੀ ਵਿਸ਼ੇਸ਼ਤਾ ਪੜ੍ਹਨ ਤੋਂ ਪਹਿਲਾਂ ਇੱਕ ਗੱਲ ਦੱਸਣੀ ਚਾਹਾਂਗੀ ਕਿ ਜਦੋਂ ਆਪਣਾ ਮਨ ਕੋਈ ਕੰਮ ਕਰਨ ਨੂੰ ਕਰ ਰਿਹਾ ਹੋਵੇ ਪਰ ਕੁਝ ਬੇਫਾਲਤੂ ਕਾਰਨਾਂ ਕਰਕੇ ਕੀਤਾ ਨਾ ਜਾ ਸਕੇ, ਮੇਰਾ ਇੱਥੇ ਭਾਵ ਹੈ ਕਿ ਪਾਠ ਕਰਨ ਨੂੰ ਮਨ ਤੇ ਕਰਦਾ ਹੈ ਪਰ ਪਤਾ ਨਹੀਂ ਫਿਰ ਵੀ ਕਿਉਂ ਨਹੀਂ ਕਰ ਹੁੰਦਾ। ਤੇ ਉਸ ਟਾਈਮ ਪਰਮਾਤਮਾ ਵੀ ਸਾਨੂੰ ਬਹੁਤ ਇਸ਼ਾਰੇ ਦਿੰਦਾ ਹੈ ਕਿ ਤੈਨੂੰ ਬੰਦਿਆ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਜਿੱਦਾਂ ਮੈਂ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ, ਮੌਸਮ ਚੇਂਜ ਕਰਕੇ ਨੋਰਮਲ ਆ ਕਿ ਇੱਕ ਪ੍ਰੋਬਲਮ ਤੋਂ ਬਾਅਦ ਦੂਸਰੀ ਪ੍ਰੋਬਲਮ ਹੋ ਜਾਣੀ। ਤੇ ਇੱਕ ਦਿਨ ਮੈਂ ਆਪਣੀ ਬੇਟੀ ਨੂੰ ਤਿਆਰ ਕਰ ਰਹੀ ਸੀਗੀ, 2 ਕੁ ਦਿਨ ਪਹਿਲੇ ਦੀ ਗੱਲ ਆ। ਤੇ ਮੇਰੀ ਬੇਟੀ ਨੇ ਮੈਨੂੰ ਕਿਹਾ, ਸਰਸਰੀ ਕਿਹਾ ਕਿ ਮੰਮਾ ਹੁਣ ਤੁਸੀਂ ਪਾਠ ਨਹੀਂ ਕਰਦੇ ਨਾ, ਇਸ ਲਈ ਬਾਬਾ ਜੀ ਤੁਹਾਨੂੰ ਪਨਿਸ਼ ਕਰ ਰਹੇ ਆ। ਤੁਸੀਂ ਪਾਠ ਕਰਕੇ ਅਰਦਾਸ ਕਰੋ, ਤੁਸੀਂ ਠੀਕ ਹੋ ਜਾਓਗੇ। ਜੋ ਗੱਲ ਮੈਂ ਉਸ ਨੂੰ ਸਿਖਾਉਂਦੀ ਸੀ ਉਸਨੇ ਉਹੀ ਮੈਨੂੰ ਯਾਦ ਕਰਵਾ ਕੇ ਮੈਨੂੰ ਸੋਚਣ 'ਤੇ ਮਜਬੂਰ ਕਰਤਾ ਕਿ ਮੈਂ ਕਿੰਨੀ ਦੂਰ ਹੋ ਗਈ ਗੁਰੂ ਤੋਂ। ਪਰ ਉਹ ਮੈਨੂੰ ਆਪ ਆਪਣੀ ਯਾਦ ਦਿਵਾ ਰਿਹਾ ਹੈ ਤੇ ਉਸ ਯਾਦ ਕਰਕੇ ਇਸੇ ਗੱਲ ਕਰਕੇ ਮੈਂ ਆ ਬੁੱਕ ਜਿਹੜੀ ਹੈ ਪੜ੍ਹਨੀ ਸ਼ੁਰੂ ਕੀਤੀ। ਤੇ ਇਸ ਦੀ ਦੂਜੀ ਵਿਸ਼ੇਸ਼ਤਾ ਸੁਖਮਨੀ ਸਾਹਿਬ ਪਾਠ ਜੀ ਦੀ, ਇਹ ਜੋ ਸਮਾਂ ਚੱਲ ਰਿਹਾ ਹੈ ਘੋਰ ਕਲਯੁਗ ਦਾ ਚੱਲ ਰਿਹਾ ਹੈ। ਕਲਯੁਗ ਦੇ ਲੱਛਣ ਵੱਧ ਰਹੇ ਹਨ। ਜਿਵੇਂ ਇੱਕ ਮਿਸਾਲ ਹੈ, ਕੋਈ ਰਾਜਾ ਹੋਵੇ ਕਿਸੇ ਦੇਸ਼ ਦਾ, ਉਸ ਕੋਲੋਂ ਸਾਰੇ ਡਰਦੇ ਨੇ ਕਿਉਂਕਿ ਰਾਜਾ ਜੋ ਚਾਹੇ ਕਰ ਸਕਦਾ ਹੈ, ਜਿਹੜਾ ਮਰਜ਼ੀ ਚਾਹੇ ਕਾਨੂੰਨ ਬਣਾ ਸਕਦਾ ਹੈ, ਜਿਸ ਨੂੰ ਚਾਹੇ ਫਾਂਸੀ ਲਗਵਾ ਸਕਦਾ ਹੈ, ਪੂਰੀ ਤਾਕਤ ਦਾ ਮਾਲਕ ਹੁੰਦਾ ਹੈ। ਇਹ ਜਿਹੜਾ ਯੁੱਗ ਜਾ ਰਿਹਾ ਹੈ ਇਸ 'ਤੇ ਕਲਯੁਗ ਦਾ ਰਾਜ ਹੈ। ਪਹਿਲੇ ਸਤਯੁਗ, ਫਿਰ ਤ੍ਰੇਤਾ, ਫਿਰ ਦੁਆਪਰ ਤੇ ਹੁਣ ਕਲਯੁਗ ਦਾ। ਕਿਉਂਕਿ ਉਹ ਰਾਜਾ ਹੈ, 5 ਇਸ ਦੇ ਜਰਨੈਲ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਲਸ, ਨੀਂਦਰ, ਦਵੈਸ਼, ਈਰਖਾ, ਚੁਗਲੀ, ਆਲਸ, ਦਲਿਦਰੀ, ਬੁਰਾ ਸੋਚਣਾ, ਹੋਰ ਵੀ ਬਹੁਤ ਕੁਝ ਇਸ ਦੀਆਂ ਫੌਜਾਂ ਹਨ। ਜੇ ਸੁਖਮਨੀ ਸਾਹਿਬ ਦੀ ਵਾੜ ਲੱਗੀ ਹੋਵੇ ਤਾਂ ਇਸ ਦੇ ਅੱਗੇ ਕਲਯੁਗ, ਉਸ ਦੀਆਂ ਫੌਜਾਂ, ਉਸ ਦੇ ਜਰਨੈਲਾਂ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ। ਕਦੀ ਨੋਟ ਕਰੋ ਕਿ ਕੋਈ ਚੰਗਾ ਕੰਮ ਉੱਤੇ ਆਵੇ, ਅੰਮ੍ਰਿਤ ਵੇਲਾ ਬਣ ਜਾਂਦਾ ਹੈ, ਪਰ ਕੁਝ ਸਮੇਂ ਬਾਅਦ ਵੀ ਕਦੇ ਉੱਠਿਆ ਨਹੀਂ ਜਾਏਗਾ, ਕਦੇ ਨਾਗਾ ਪੈ ਜਾਵੇਗਾ ਜਾਂ ਕਿਸੇ ਮਨਮੁਖ ਦਾ ਸੰਗ ਘੇਰ ਕੇ ਲੈ ਜਾਵੇਗਾ। ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਸਮਾਂ ਹੋਵੇਗਾ, ਮਨ ਕਹੇਗਾ ਸੌਂ ਜਾ। ਕਿੱਥੇ ਤਾਂ ਅੰਮ੍ਰਿਤ ਵੇਲੇ ਅੰਮ੍ਰਿਤ ਵਰਗਾ ਰਸ ਲੈਂਦੇ ਹੋਵੋਗੇ ਤੇ ਕਿਧਰੇ ਕਲਯੁਗ ਇੰਨਾ ਹਾਵੀ ਹੋ ਜਾਂਦਾ ਹੈ ਕਿ ਕਹਿੰਦਾ ਹੈ ਸੌਂ ਜਾ। ਕਈ ਵਾਰੀ ਸਾਡੇ ਨਾਲ ਐਸਾ ਬੀਤਦਾ ਹੈ, ਜਦੋਂ ਸਮਾਂ ਤਾਂ ਅੰਮ੍ਰਿਤ ਪੀਣ ਦਾ ਹੁੰਦਾ ਹੈ ਪਰ ਨੀਂਦਰ ਆਪਣਾ ਜ਼ੋਰ ਪਾ ਦਿੰਦੀ ਹੈ। ਕੋਈ ਗੁਰਮੁਖ ਪਿਆਰਾ ਦਾਸ ਨੂੰ ਮਿਲਿਆ ਤੇ ਕਹਿਣ ਲੱਗਾ, ਬੜੀ ਕੋਸ਼ਿਸ਼ ਕਰਦਾ ਹਾਂ ਅੰਮ੍ਰਿਤ ਵੇਲਾ ਬਣ ਜਾਵੇ ਪਰ ਨਹੀਂ ਬਣਦਾ। ਅਲਾਰਮ ਵੀ ਲਗਾਉਂਦਾ ਹਾਂ, 1 ਨਹੀਂ 2-2 3-3 ਘੜੀਆਂ ਤੇ ਵੀ ਅਲਾਰਮ ਵੱਜਦਾ ਹੈ ਪਰ ਨੀਂਦਰ ਇੰਨਾ ਜ਼ੋਰ ਪਾਉਂਦੀ ਹੈ, ਵਸ ਨਹੀਂ ਚੱਲਦਾ। ਅਲਾਰਮ ਬੰਦ ਕਰਕੇ ਮੈਂ ਸੋ ਜਾਂਦਾ। ਭਾਵ ਕਲਯੁਗ ਜ਼ੋਰ ਪਾਉਂਦਾ ਹੈ, ਨਹੀਂ ਉੱਠਣ ਦਿੰਦਾ। ਇੱਕ ਵਾਰੀ ਕਲਯੁਗ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਕਿ ਮੇਰੇ ਕੋਲੋਂ ਹੀਰੇ ਮੋਤੀ ਜਵਾਹਰਾਤ ਲੈ ਲਵੋ, ਇਹ ਅੰਮ੍ਰਿਤ ਵੇਲੇ ਗੁਰਬਾਣੀ ਨਾ ਪੜ੍ਹੋ ਤੇ ਨਾ ਹੀ ਤੁਸੀਂ ਪੜ੍ਹਾਓ। ਕੋਲ ਖੜਾ ਸੀ ਭਾਈ ਮਰਦਾਨਾ, ਕਲਯੁਗ ਨੂੰ ਪੁੱਛਣ ਲੱਗਿਆ, ਮੈਨੂੰ ਇੱਕ ਗੱਲ ਦੱਸ, ਇਹ ਤੂੰ ਜਿਹੜੀ ਆਪਣੇ ਉੱਪਰ ਚਾਦਰ ਲਈਏ ਉਹ ਤਾਂ ਸਾਰੀ ਛੇਕੋ ਛੇਕ ਹੈ, ਤੇਰੇ ਕੋਲ ਤਾਂ ਆਪਣੇ ਉੱਤੇ ਲੈਣ ਲਈ ਕੋਈ ਚੰਗਾ ਕੱਪੜਾ ਵੀ ਨਹੀਂ ਤੇ ਤੂੰ ਸਾਨੂੰ ਹੀਰੇ ਮੋਤੀ ਦੇਣ ਦੀਆਂ ਗੱਲਾਂ ਪਿਆ ਕਰਦਾ ਹੈ। ਕਲਯੁਗ ਕਹਿਣ ਲੱਗਾ, ਇਹ ਵੀ ਤੇਰੇ ਨਾਨਕ ਦਾ ਯੱਬ ਹੈ। ਭਾਈ ਮਰਦਾਨਾ ਕਹਿੰਦਾ ਕਿ ਮੇਰਾ ਗੁਰੂ ਨਾਨਕ ਦਾ ਅੰਮ੍ਰਿਤ ਵੰਡਦਾ ਹੈ, ਯੱਬ ਨਹੀਂ ਵੰਡਦਾ। ਕਲਯੁਗ ਕਹਿਣ ਲੱਗਾ, ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠਣ ਲੱਗਦੇ ਹਨ, ਮੈਂ ਉਹਨਾਂ ਉੱਤੇ ਆਪਣੀ ਆਲਸ ਰੂਪੀ ਚਾਦਰ ਪਾ ਦਿੰਦਾ ਹਾਂ। ਜਿਹੜੇ ਤਾਂ ਹੁੰਦੇ ਹਨ ਕੱਚੇ, ਉਹ ਤਾਂ ਇਸ ਚਾਦਰ ਦੀ ਲਪੇਟ ਵਿੱਚ ਸੁੱਤੇ ਰਹਿ ਜਾਂਦੇ ਹਨ ਤੇ ਜਿਹੜੇ ਹੁੰਦੇ ਹਨ ਪੱਕੇ, ਲੱਤਾਂ ਮਾਰ ਕੇ ਆਲਸ ਦੀ ਚਾਦਰ ਨੂੰ ਪਰਾਂ ਸੁੱਟਦੇ ਹਨ ਤੇ ਇਸ਼ਨਾਨ ਕਰਕੇ ਜੁੜ ਜਾਂਦੇ ਹਨ। ਉਹਨਾਂ ਨੇ ਲੱਤਾਂ ਮਾਰ ਕੇ ਮੇਰੀ ਚਾਦਰ ਸ਼ੇਕੋ ਸ਼ੇਕ ਕਰ ਦਿੱਤੀ ਹੈ।
ਭਾਵ ਕਿ ਰੋਕਦਾ ਹੈ ਕਲਯੁਗ। ਗੁਰੂ ਨਾਨਕ ਦੇਵ ਜੀ ਨੇ ਕਲਯੁਗ ਪ੍ਰਤੀ ਇਹ ਸ਼ਬਦ ਉਚਾਰਿਆ ਹੈ। ਰਾਗ ਸ਼੍ਰੀ ਰਾਗ ਮਹੱਲਾ ਪਹਿਲਾ। ਘਰ ਪਹਿਲਾ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲਿਪ ਆਵੇ ਚਾਓ। ਬਾਬਾ ਨੰਦ ਸਿੰਘ ਜੀ ਦੇ ਇਤਿਹਾਸ ਵਿੱਚੋਂ ਵੀ ਇੱਕ ਬੜੀ ਅਨੋਖੀ ਸਾਖੀ ਮਿਲਦੀ ਹੈ। ਬਾਬਾ ਜੀ ਨੇ 12:15 ਵਜੇ ਉੱਠਣਾ, ਜਪ ਤਪ ਕਰਨਾ, ਆਪ ਵੀ ਜੁੜਨਾ ਤੇ ਦੁਨੀਆ ਨੂੰ ਵੀ ਗੁਰੂ ਨਾਨਕ ਨਾਲ ਜੋੜਨਾ। ਕਲਯੁਗ ਕੋਲੋਂ ਬਰਦਾਸ਼ਤ ਨਾ ਹੋਇਆ। ਬਾਬਾ ਜੀ ਇੱਕ ਵਾਰੀ ਨਾਨਕਸਰ ਕਲੇਰਾਂ ਵਿਖੇ, ਜਿੱਥੇ ਅੱਜ ਕੱਲ੍ਹ ਸਰੋਵਰ ਹੈ, ਉਸ ਵਕਤ ਜੰਗਲ ਬੀਆਬਾਨ ਸੀ, ਵੱਡੇ ਵੱਡੇ ਦਰਖਤ, ਸੁੰਨਸਾਨ ਜਗ੍ਹਾ ਸੀ। ਇਹ ਤਾਂ ਬਾਅਦ ਵਿੱਚ ਬਾਬਾ ਈਸ਼ਰ ਸਿੰਘ ਜੀ ਨੇ ਜੰਗਲ ਨੂੰ ਮੰਗਲਮਈ ਕੀਤਾ, ਸਰੋਵਰ ਤਿਆਰ ਕਰਵਾਇਆ, ਸੁੰਦਰ ਸਥਾਨ ਬਣਵਾਏ। ਉੱਥੇ ਜੰਗਲ ਵਿੱਚ ਤਪ ਕਰ ਰਹੇ ਸਨ ਤੇ ਸੇਵਕ ਕੋਲੋਂ ਸੁਖਮਨੀ ਸਾਹਿਬ ਦੇ ਪਾਠ ਸ਼ਰਵਣ ਕਰ ਰਹੇ ਸਨ। ਬਾਬਾ ਜੀ ਇੱਕ ਚੌਂਕੜੀ ਤੇ 5 ਪਾਠ ਰੋਜ਼ਾਨਾ ਸੁਣਦੇ ਸੀ। ਕੀ ਕੌਤਕ ਵਾਪਰਿਆ, ਇੱਕ ਬੜੀ ਭਿਆਨਕ ਸ਼ਕਲ ਦਾ ਜੀਵ ਬਾਬਾ ਜੀ ਦੇ ਸਾਹਮਣੇ ਆਣ ਖੜਾ ਹੋਇਆ। ਮਹਾਂਪੁਰਖਾਂ ਨੇ ਨੇਤਰ ਖੋਲ੍ਹੇ ਤੇ ਪੁੱਛਿਆ, ਭਾਈ ਤੂੰ ਕੌਣ ਹੈ? ਉਹ ਭਿਆਨਕ ਸੂਰਤ ਦਾ ਜੀਵ ਆਖਣ ਲੱਗਾ, ਮੈਂ ਕਲਯੁਗ ਹਾਂ, ਜਿਸ ਦਾ ਸਾਰੀ ਸ੍ਰਿਸ਼ਟੀ ਤੇ ਰਾਹ ਚੱਲਦਾ ਹੈ। ਬਾਬਾ ਜੀ ਕਹਿੰਦੇ, ਫਿਰ ਅਸੀਂ ਕੀ ਕਰੀਏ? ਅਸੀਂ ਤਾਂ ਤੈਨੂੰ ਨਹੀਂ ਬੁਲਾਇਆ, ਇੱਥੇ ਸਾਡੇ ਕੋਲ ਕੀ ਲੈਣ ਆਇਆ ਹੈ? ਕਲਯੁਗ ਕਹਿੰਦਾ ਹੈ, ਮੈਂ ਤੁਹਾਡੇ ਤੋਂ ਬਹੁਤ ਦੁਖੀ ਹਾਂ। ਬਾਬਾ ਜੀ ਕਹਿੰਦੇ ਹਨ, ਅਸੀਂ ਤੈਨੂੰ ਕਿਹੜਾ ਦੁੱਖ ਦਿੱਤਾ ਹੈ? ਅਸੀਂ ਤਾਂ ਇੱਥੇ ਗੁਰੂ ਨਾਨਕ ਨੂੰ ਯਾਦ ਕਰ ਰਹੇ ਹਾਂ, ਭਜਨ ਬੰਦਗੀ ਕਰ ਰਹੇ ਹਾਂ। ਕਲਯੁਗ ਕਹਿੰਦਾ, ਮੈਂ ਉਹਨਾਂ ਸਾਰਿਆਂ ਤੋਂ ਹੀ ਦੁਖੀ ਹਾਂ ਜੋ ਨਾਮ ਜਪਦੇ ਤੇ ਜਪਾਉਂਦੇ ਹਨ। ਮੇਰਾ ਰਾਜ ਹੈ ਤੇ ਮੇਰੇ ਰਾਜ ਵਿੱਚ ਤਾਂ ਕਾਮ ਵਾਸ਼ਨਾਵਾਂ ਦੀਆਂ ਲਹਿਰਾਂ ਚੱਲਣੀਆਂ ਚਾਹੀਦੀਆਂ ਹਨ, ਮਾਸ ਸ਼ਰਾਬ ਦੇ ਦੌਰ ਚੱਲਣੇ ਚਾਹੀਦੇ ਹਨ, ਤੇ ਤੁਸੀਂ ਨਾਮ ਦਾ ਆਵਾਜ਼ਾਂ ਦੇ ਰਹੇ ਹੋ। ਇਹੀ ਮੇਰੇ ਲਈ ਸਭ ਤੋਂ ਵੱਡਾ ਦੁੱਖ ਹੈ। ਬਾਬਾ ਜੀ ਨੇ ਪੰਗਤੀ ਪੜ੍ਹੀ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲਿਆ ਅਸੰਤ। ਬਾਬਾ ਜੀ ਕਹਿੰਦੇ ਹਨ, ਤੇਰੇ ਵਰਗੇ ਹਜ਼ਾਰਾਂ ਕਲਯੁਗ ਵੀ ਆ ਜਾਣ, ਅਸੀਂ ਇਹ ਰਸਤਾ ਨਹੀਂ ਛੱਡਣਾ। ਜਦੋਂ ਇਹ ਜਵਾਬ ਸੁਣਿਆ ਤਾਂ ਕਲਯੁਗ ਦੀਆਂ ਅੱਖਾਂ ਨਾਲ ਗੁੱਸੇ 'ਚ ਅੱਗ ਬਬੂਲਾ ਹੱਥ ਨਪੀੜਦਾ, ਮੁੱਠੀਆਂ ਨਪੀੜਦਾ ਹੋਇਆ ਕਹਿਣ ਲੱਗਾ, ਵਿਗਾੜ ਤਾਂ ਮੈਂ ਤੁਹਾਡਾ ਬਹੁਤ ਕੁਝ ਸਕਦਾ ਹਾਂ, ਪਰ ਇਹ ਜਿਹੜਾ ਇੱਥੇ ਸੁਖਮਨੀ ਸਾਹਿਬ ਦੀ ਬਾਣੀ ਚੱਲ ਰਹੀ ਹੈ, ਇਸ ਤੇ ਮੇਰਾ ਕੋਈ ਜ਼ੋਰ ਨਹੀਂ ਚੱਲਦਾ। ਬਾਬਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ, ਆਪਣੀ ਕਮਜ਼ੋਰੀ ਤੂੰ ਆਪ ਹੀ ਦੱਸ ਦਿੱਤੀ ਹੈ, ਆਪਣੀ ਬਿਮਾਰੀ ਦਾ ਇਲਾਜ ਆਪੇ ਹੀ ਦੱਸ ਦਿੱਤਾ ਹੈ। ਤੂੰ ਜੇ ਸੁਖਮਨੀ ਸਾਹਿਬ ਤੋਂ ਡਰਦਾ ਹੈ, ਅਸੀਂ ਅੱਗੇ 5 ਪਾਠ ਸੁਣਦੇ ਸੀ, ਹੁਣ ਤੋਂ 24 ਘੰਟੇ ਸੁਖਮਨੀ ਸਾਹਿਬ ਦਾ ਪਾਠ ਚੱਲੇਗਾ, ਕਦੀ ਭੋਗ ਨਹੀਂ ਪਵੇਗਾ। ਉਦੋਂ ਤੋਂ ਲੈ ਕੇ ਹੁਣ ਤੱਕ ਨਾਨਕਸਰ ਇੱਥੇ ਸੁਖਮਨੀ ਸਾਹਿਬ ਦੇ ਪਾਠ ਨਿਰੰਤਰ ਚੱਲ ਰਹੇ ਹਨ। ਹੁਣ ਆਪੇ ਅੰਦਾਜ਼ਾ ਲਗਾ ਲਵੋ ਸੁਖਮਨੀ ਸਾਹਿਬ ਦੀ ਤਾਕਤ ਦਾ। ਜਿਸ ਦਾ ਰਾਜ ਹੈ, ਉਸ ਦਾ ਵੀ ਇਸ ਮਹਾਨ ਬਾਣੀ ਅੱਗੇ ਵਸ ਨਹੀਂ ਚੱਲਦਾ। ਪੱਕੀ ਗੱਲ ਜੇ ਇਹ ਹੈ, ਇਹ ਜੋ ਘੋਰ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਸ ਨਾਲ ਕਦੋਂ ਦੀ ਦੁਨੀਆ ਬਰਬਾਦ ਹੋ ਗਈ ਹੋਵੇ। ਇਸ ਸੜਦੇ ਬਲਦੇ ਸੰਸਾਰ ਵਿੱਚ ਜੇਕਰ ਨਹੁੰ ਜਿੰਨੀ ਮਰਿਆਦਾ ਕਾਇਮ ਹੈ, ਇਹ ਸੰਸਾਰ ਜੇਕਰ ਪਰਲੋ ਤੋਂ ਬਚਿਆ ਹੈ, ਤਾਂ ਉਹ ਮਹਾਂਪੁਰਸ਼ਾਂ ਦੀਆਂ ਕਮਾਈਆਂ ਤੇ ਸੁਖਮਨੀ ਸਾਹਿਬ ਦੀ ਬਾਣੀ ਦੇ ਪ੍ਰਵਾਹਾਂ ਦਾ ਸਦਕਾ ਹੀ ਬਚਿਆ ਹੈ। ਦਾਸ ਨੇ ਆਪਣੇ ਅਨੁਭਵ ਨਾਲ ਇੱਕ ਗੱਲ ਨੋਟ ਕੀਤੀ ਹੈ, ਜ਼ਰੂਰੀ ਨਹੀਂ ਉਹ ਠੀਕ ਹੋਵੇ, ਗਲਤ ਵੀ ਹੋ ਸਕਦੀ ਹੈ। ਜਦੋਂ ਵੀ ਸੁਖਮਨੀ ਸਾਹਿਬ ਦੀ ਬਾਣੀ ਨੂੰ ਪੜ੍ਹੋ, ਨਿੰਦਰ ਜ਼ਿਆਦਾ ਜ਼ੋਰ ਪਾਉਂਦੀ ਹੈ। ਇੱਕ ਵਾਰੀ ਦਾਸ ਸੋਚਣ ਲੱਗਾ ਕਿ ਬਾਣੀ ਪੜ੍ਹਨ ਵੇਲੇ ਐਸੀ ਕੋਈ ਗੱਲ ਨਹੀਂ, ਪਰ ਸੁਖਮਨੀ ਸਾਹਿਬ ਦਾ ਪਾਠ ਕਰਨ ਵੇਲੇ ਹੀ ਇਹ ਜ਼ਿਆਦਾ ਜ਼ੋਰ ਪੈਂਦਾ ਹੈ। ਦਾਸ ਨੇ ਜੋ ਮਹਿਸੂਸ ਕੀਤਾ ਕਿ ਕਲਯੁਗ ਨੂੰ ਢਾਲ ਗਾਉਣ ਵਿੱਚ ਗੁਰੂ ਸਾਹਿਬ ਨੇ ਇਸ ਬਾਣੀ ਵਿੱਚ ਇੰਨੀ ਤਾਕਤ ਭਰੀ ਹੈ ਕਿ ਕਲਯੁਗ ਕਹਿੰਦਾ ਹੈ, ਕਿਧਰੇ ਇਹ ਕਿਸੇ ਦੇ ਹਿਰਦੇ ਵਿੱਚ ਨਾ ਵਸ ਜਾਵੇ। ਪੂਰੀਆਂ ਫੌਜਾਂ ਭੇਜ ਕੇ ਜ਼ੋਰ ਲਗਾਉਂਦਾ ਹੈ। ਇਸ ਬਾਣੀ ਤੋਂ ਡਰਦਾ ਹੈ ਕਲਯੁਗ ਕਿ ਜੇ ਇਹ ਵਸ ਗਈ ਸਿੱਖ ਦੇ ਅੰਦਰ ਤਾਂ ਮੇਰੀਆਂ ਜੜ੍ਹਾਂ ਉਖੜ ਜਾਣੀਆਂ ਨੇ। ਖਾਸ ਕਰਕੇ ਜਦੋਂ 15ਵੀਂ 16ਵੀਂ ਅਸ਼ਟਪਦੀ ਹੁੰਦੀ ਹੈ, ਬੰਦਾ ਆਪਣੇ ਗੋਡੇ ਤੇ ਮੁੱਕੇ ਮਾਰਦਾ ਹੈ ਕਿ ਕਦੋਂ ਇਹ ਪਾਠ ਸੰਪੂਰਨ ਹੋਵੇਗਾ। ਇਹ ਕਲਯੁਗ ਢਾਲ ਆਉਂਦਾ ਹੈ, ਕਿਉਂਕਿ ਤਕੜੀ ਦਵਾਈ ਹੈ, ਉਸ ਨੂੰ ਆਪਣਾ ਡਰ ਪੈ ਜਾਂਦਾ ਹੈ ਕਿ ਜੇ ਇਸ ਨੇ ਪਾਠ ਸੰਪੂਰਨ ਕਰ ਲਿਆ ਤੇ ਇਸ ਦੇ ਦਿਨ ਅਤੇ ਰਾਤ ਦੇ 24,000 ਸੁਆਸ ਸਫਲੇ ਹੋ ਜਾਣਗੇ, ਮੇਰੀ ਤਾਂ ਜੜ ਪੁੱਟੀ ਜਾਵੇਗੀ। 95% ਝੂਠ ਦਾ ਪਸਾਰਾ ਹੈ।
ਜਲ ਰਿਹਾ ਹੈ। ਟੀਵੀ ਦਾ ਜ਼ੋਰ, ਨੀਂਦਰ ਦਾ ਜ਼ੋਰ, ਈਰਖਾ, ਚੁਗਲੀ, ਦਵੈਸ਼ ਸਭ ਪਾਸੇ ਛਾਈ ਹੋਈ ਹੈ। ਇੱਕ ਕਮਰੇ ਵਿੱਚ ਅੱਗ ਲੱਗੀ ਹੋਵੇ ਤੇ ਕੋਈ ਕਵੇ ਉਸ ਕਮਰੇ ਵਿੱਚੋਂ ਲੰਘ ਕੇ ਦੂਸਰੇ ਕਮਰੇ ਵਿੱਚ ਜਾਣਾ ਹੈ ਤੇ ਸੇਕ ਵੀ ਨਾ ਲੱਗੇ। ਕਿੱਡੀ ਔਖੀ ਗੱਲ ਹੈ। ਭਾਵ ਕੋਈ ਕਹੇ ਕਿ ਮੇਰੀ ਅਖੀਰਲੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ, ਸਾਰੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜਿਆ, ਨਾਮ ਨਾਲ ਜੁੜਿਆ, ਗੁਰਸਿੱਖੀ ਨਾਲ ਜੁੜਿਆ ਬੀਤ ਜਾਵੇ। ਇਹ ਹੈ ਦੂਜੇ ਕਮਰੇ ਵਿੱਚ ਜਾਣਾ। ਗੁਰੂ ਅਮਰਦਾਸ ਜੀ ਵੀ ਬਾਣੀ ਵਿੱਚ ਲਿਖਦੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਕਬੀਰ ਜੀ ਕਹਿੰਦੇ ਹਨ, ਕਬੀਰ ਜਗ ਕਾਜਲ ਕੀ ਕੋਠਰੀ, ਅੰਧ ਪਰੇ ਤਿਸ ਮਾਹੇ, ਹੋ ਬਲਿਹਾਰੀ ਤਿੰਨ ਕੋ ਪੈਸ ਜੋ ਨਿਕਸ ਜਾਹੇ। ਕਦੀ ਨੋਟ ਕਰੋ ਘਰ ਵਿੱਚ ਕਾਜਲ ਪਿਆ ਹੋਵੇ, ਕਿਧਰੇ ਡੁੱਲ ਜਾਵੇ, ਤੁਸੀਂ ਕਹੋ ਇਸ ਨੂੰ ਇਕੱਠਾ ਕਰਨਾ ਹੈ ਤਾਂ ਹੱਥ ਵੀ ਨਾ ਲਿਬੜੇ, ਪਰ ਐਸਾ ਨਹੀਂ ਹੋ ਸਕਦਾ। ਹੱਥ ਬਦੋ ਬਦੇ ਲਿਬੜ ਹੀ ਜਾਂਦੇ ਨੇ, ਕਿਧਰੇ ਨਾ ਕਿਧਰੇ ਕਾਲਖ ਲੱਗ ਹੀ ਜਾਂਦੀ ਏ। ਕਬੀਰ ਜੀ ਕਹਿੰਦੇ ਹਨ ਕਿ ਇਹ ਜੱਗ ਕਾਜਲ ਦੀ ਕੋਠੜੀ ਹੈ, ਜਨਮ ਤੋਂ ਲੈ ਕੇ ਮੌਤ ਤੱਕ ਇਸ ਵਿੱਚ ਵਿਚਰਨਾ ਕਾਜਲ ਦੀ ਕੋਠੜੀ ਵਿੱਚ ਵਿਚਰਨਾ ਹੈ। ਨਾਲ ਹੀ ਕਹਿੰਦੇ ਹਨ, ਚਾਨਣਾ ਵੀ ਨਹੀਂ ਹੈ ਵੀ ਹਨੇਰਾ, ਕਿਧਰੇ ਹਨੇਰੇ 'ਚ ਸੁਰਮਾ ਇਕੱਠਾ ਕਰਨਾ ਹੋਵੇ ਤਾਂ ਕਹੇ ਦਾਗ ਨਾ ਲੱਗੇ, ਹੋਰ ਵੀ ਔਖੀ ਗੱਲ ਹੈ। ਚਾਨਣ ਹੋਵੇ ਤਾਂ ਥੋੜ੍ਹਾ ਧਿਆਨ ਵੀ ਰੱਖਿਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਹਨੇਰੇ ਵਾਲਾ ਖੂਹ ਆਖਿਆ ਹੈ। ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਅੰਧ ਦਾ ਅਰਥ ਹੈ ਹਨੇਰਾ, ਕੂਪ ਦਾ ਅਰਥ ਹੈ ਖੂਹ। ਰਸਤੇ ਵਿੱਚ ਖੂਹ ਹੀ ਖੂਹ ਹੋਵੇ, ਹਨੇਰਾ ਹੀ ਹਨੇਰਾ, ਬਚ ਕੇ ਚੱਲਣਾ ਬਹੁਤ ਔਖਾ ਹੈ। ਸੰਸਾਰ ਇਹੋ ਜਿਹਾ ਹੈ, ਕਿਧਰੇ ਤੇ ਟੀਵੀ ਨਹੀਂ ਛੱਡਦਾ, ਕਿਧਰੇ ਵਿਕਾਰ ਨਹੀਂ ਛੱਡਦੇ। ਕਦੀ ਐਸੀਆਂ ਹਨੇਰੀਆਂ ਅੰਦਰ ਚੱਲਣ ਲੱਗ ਜਾਂਦੀਆਂ ਨੇ, ਐਸੇ ਖਿਆਲ ਮਨ ਵਿੱਚ ਪ੍ਰਗਟ ਹੋ ਜਾਂਦੇ ਹਨ ਜਿਹੜੇ ਗੁਰੂ ਨੂੰ ਨਹੀਂ ਚੰਗੇ ਲੱਗਦੇ। ਕਦੀ ਕੋਈ ਲਹਿਰ ਦਿਮਾਗ ਤੇ ਐਸਾ ਦਬਾ ਦਿੰਦੀ ਹੈ ਕਿ ਜੁੜਿਆ ਹੋਇਆ ਮਨ ਵੀ ਟੁੱਟ ਜਾਂਦਾ ਹੈ। ਨਾਮਦੇਵ ਕਿੰਨੇ ਵੱਡੇ ਭਗਤ, 72 ਵਾਰੀ ਦਰਸ਼ਨ ਹੋਏ ਭਗਵਾਨ ਦੇ, ਕਿੰਨੀ ਵੱਡੀ ਭਗਤੀ। ਫਿਰ ਵੀ ਕੀ ਕਹਿੰਦੇ ਆ, ਤਾਰ ਲੈ ਬਾਪ ਬਿਠਲਾ। ਭਗਤ ਨਾਮਦੇਵ ਕਹਿੰਦੇ ਹਨ, ਹੇ ਭਗਵਾਨ, ਮੈਂ ਤੇਰਾ ਨਾਮ ਤਾਂ ਜਪਦਾ ਹਾਂ, ਪਰ ਕਈ ਲਹਿਰਾਂ ਆਉਂਦੀਆਂ ਹਨ, ਕਦੀ ਲੋਭ ਦੀ ਲਹਿਰ, ਕਦੀ ਮੈਂ ਦੀ ਲਹਿਰ, ਹਉਮੈ ਦੀ ਲਹਿਰ, ਕਦੀ ਕੋਈ ਤੇ ਕਦੀ ਕੋਈ। ਕਲਯੁਗ ਦਾ ਸਮਾਂ ਹੈ, ਲਹਿਰਾਂ ਬੜੀਆਂ ਤਗੜੀਆਂ ਨੇ, ਪਤਾ ਨਹੀਂ ਕਿਹੜੇ ਵੇਲੇ ਕਿਹੜੀ ਲਹਿਰ ਡੋਬ ਦੇਵੇ। ਭਾਵ ਕਿ ਬਹੁਤ ਔਖਾ ਹੈ ਕਲਯੁਗ ਦੇ ਭਿਆਨਕ ਸਮੇਂ ਵਿੱਚ ਅਖੀਰਲੇ ਸਵਾਸਾਂ ਤੱਕ ਇਹਨਾਂ ਚੀਜ਼ਾਂ ਤੋਂ ਬਚ ਕੇ ਗੁਰੂ ਚਰਨਾਂ ਨਾਲ ਨਿਭਾਉਣੀ। ਜਿਵੇਂ ਕਿ ਇੱਕ ਗਾਥਾ ਵੀ ਹੈ, ਇੱਕ ਵੇਸਵਾ ਕਿਸੇ ਮਹਾਂਪੁਰਸ਼ ਨੂੰ ਰੋਜ਼ ਮਜ਼ਾਕ ਕਰਦੀ ਕਿ ਬਾਬਾ ਤੇਰੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂਛ। ਜਦੋਂ ਮਹਾਂਪੁਰਸ਼ਾਂ ਨੇ ਲੰਘਣਾ ਉਸਨੇ ਇਹੀ ਸਵਾਲ ਕਰਨਾ, ਪਰ ਮਹਾਂਪੁਰਸ਼ਾਂ ਨੇ ਕਦੀ ਕੋਈ ਜਵਾਬ ਨਾ ਦੇਣਾ, ਚੁੱਪ ਕਰਕੇ ਲੰਘ ਜਾਣਾ। ਜਿਸ ਦਿਨ ਮਹਾਂਪੁਰਸ਼ਾਂ ਦਾ ਚੋਲਾ ਛੱਡਣ ਦਾ ਸਮਾਂ ਆਇਆ, ਆਪਣੇ ਚੇਲੇ ਨੂੰ ਕਹਿੰਦੇ, ਜਾ ਕੇ ਉਸ ਵੇਸਵਾ ਨੂੰ ਬੁਲਾ ਕੇ ਲਿਆਓ। ਚੇਲੇ ਬੜੇ ਹੈਰਾਨ ਕਿ ਅਖੀਰਲੇ ਸਮੇਂ ਵਿੱਚ ਵੇਸਵਾ ਨੂੰ ਕਿਉਂ ਬੁਲਾ ਰਹੇ ਹਨ। ਮਹਾਂਪੁਰਸ਼ ਕਹਿੰਦੇ, ਬਚਨ ਮੰਨੋ, ਬੁਲਾ ਕੇ ਲਿਆਓ। ਚੇਲੇ ਬਚਨ ਮੰਨ ਕੇ ਲੈਣ ਗਏ ਵੇਸਵਾ ਨੂੰ। ਜਦੋਂ ਵੇਸਵਾ ਆਈ ਤਾਂ ਮਹਾਂਪੁਰਸ਼ ਕਹਿਣ ਲੱਗੇ, ਬੀਬੀ ਤੂੰ ਰੋਜ਼ ਸਾਨੂੰ ਇੱਕ ਸਵਾਲ ਕਰਦੀ ਸੀ ਕਿ ਬਾਬਾ ਤੇ ਮੇਰੇ ਕੁੱਤੇ ਦੀ ਪੂਛ ਚਿੱਟੀ ਕਿ ਤੇਰੀ ਦਾੜੀ ਚਿੱਟੀ। ਅੱਜ ਤੈਨੂੰ ਤੇਰੇ ਸਵਾਲ ਦਾ ਜਵਾਬ ਦੇ ਰਹੇ ਹਾਂ ਕਿ ਮੇਰੀ ਦਾੜੀ ਚਿੱਟੀ ਹੈ। ਉਹ ਵੇਸਵਾ ਕਹਿਣ ਲੱਗੀ ਕਿ ਅੱਜ ਉਚੇਚੇ ਤੌਰ ਤੇ ਬੁਲਾ ਕੇ ਮੈਨੂੰ ਜੋ ਜਵਾਬ ਦਿੱਤਾ ਹੈ, ਇਹੀ ਜਵਾਬ ਉਦੋਂ ਦੇ ਦਿੰਦੇ ਜਦੋਂ ਮੈਂ ਪੁੱਛਦੀ ਸੀ। ਪਿਆਰਿਓ, ਗੱਲ ਦੀ ਬਰੀਕੀ ਇਹ ਹੈ, ਮਹਾਂਪੁਰਸ਼ ਕਹਿੰਦੇ ਹਨ, ਬੀਬੀ ਉਦੋਂ ਮੈਂ ਇਹ ਗੱਲ ਨਹੀਂ ਕਹਿ ਸਕਦਾ ਸੀ ਕਿ ਮੇਰੀ ਦਾੜੀ ਚਿੱਟੀ ਹੈ, ਕਿਉਂਕਿ ਅੱਜ ਮੇਰੇ ਸਵਾਸ ਬਾਕੀ ਸਨ ਤੇ ਬਾਕੀ ਦੇ ਸਵਾਸਾਂ ਵਿੱਚ ਪਤਾ ਨਹੀਂ ਕਿਉਂਕਿ ਅਜੇ ਮੇਰੇ ਸਵਾਸ ਬਾਕੀ ਸਨ ਤੇ ਬਾਕੀ ਦੇ ਸਵਾਸਾਂ ਵਿੱਚ ਪਤਾ ਨਹੀਂ ਇਹ ਪਾਪੀ ਮਨ ਕਿਹੜੇ ਵੇਲੇ ਕਿਹੜੀ ਭੁੱਲ ਕਰ ਬੈਠਦਾ, ਪਾਪ ਕਰਮ ਕਰ ਬੈਠਦਾ। ਮੇਰੇ ਕੋਲੋਂ ਕੋਈ ਕੁਕਰਮ ਹੋ ਜਾਂਦਾ, ਫਿਰ ਮੇਰੀ ਦਾੜੀ ਚਿੱਟੀ ਨਹੀਂ ਰਹਿਣੀ ਸੀ, ਦਾਗ ਲੱਗ ਜਾਣਾ ਸੀ। ਮੇਰੀ ਦਾੜੀ ਤੋਂ ਤੇਰੇ ਕੁੱਤੇ ਦੀ ਪੂਛ ਚਿੱਟੀ ਹੋਣੀ ਸੀ। ਹੁਣ ਮੈਂ ਜਾ ਰਿਹਾ ਹਾਂ, ਮੇਰੇ ਸਵਾਸ ਖਤਮ ਹੋ ਗਏ ਹਨ, ਇਸ ਲਈ ਇਹ ਕਹਿ ਰਿਹਾ ਹਾਂ ਕਿ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਤੋਂ ਚਿੱਟੀ ਹੈ। ਸੋਚਿਆ ਕਰੋ ਗਹਿਰਾਈ ਵਿੱਚ ਜਾ ਕੇ, ਜਦੋਂ ਗਹਿਰਾਈ ਵਿੱਚ ਜਾਵਾਂਗੇ ਤਾਂ ਕਵਾਂਗੇ, ਵਾਕਈ ਪਤਾ ਨਹੀਂ ਇਸ ਕਲਯੁਗ ਦੇ ਰਾਜ ਵਿੱਚ ਕਿਹੜੇ ਵੇਲੇ ਕੋਈ ਲਹਿਰ ਸਾਡਾ ਵੀ ਦਿਮਾਗ ਖਰਾਬ ਕਰ ਦੇਵੇ, ਕਿਸੇ ਮਨਮੁਖ ਦਾ ਸੰਗ ਸਾਨੂੰ ਘੇਰ ਕੇ ਲੈ ਜਾਵੇ। ਦੁਨੀਆ ਦੇ ਝੂਠੇ ਪਰ ਮਨਮੋਹਕ ਰੰਗ ਸਾਨੂੰ ਆਪਣੇ ਵੱਲ ਖਿੱਚ ਕੇ ਲੈ ਜਾਣ, ਕਿਉਂਕਿ ਝੂਠ ਦਾ ਪਸਾਰਾ ਬਹੁਤ ਜ਼ਿਆਦਾ ਹੈ ਤੇ ਸੱਚੇ ਬੰਦੇ ਦਾ ਚੱਲਣਾ ਬਹੁਤ ਮੁਸ਼ਕਲ।
ਇਸ ਕਲਯੁਗ ਦੇ ਘੋਰ ਸਮੇਂ ਵਿੱਚ ਤੱਤੀਆਂ ਹਨੇਰੀਆਂ ਤੇ ਵਗਦੀਆਂ ਲਹਿਰਾਂ ਤੋਂ ਇਸ ਸੁਖਮਨੀ ਸਾਹਿਬ ਦੀ ਬਾਣੀ ਸਾਡੀ ਰਾਖੀ ਕਰਦੀ ਹੈ। ਕਿੰਨੀ ਕੁ ਤਾਕਤ ਭਰੀ ਹੈ ਸਤਿਗੁਰੂ ਨੇ ਇਸ ਪਵਿੱਤਰ ਬਾਣੀ ਵਿੱਚ। ਜੇ ਤੁਹਾਡੇ ਪੱਲੇ ਸੁਖਮਨੀ ਸਾਹਿਬ ਦਾ ਧਨ ਹੈ, ਫਿਰ ਕਲਯੁਗ ਤੁਹਾਡੇ ਤੇ ਹਾਵੀ ਨਹੀਂ ਹੋ ਸਕੇਗਾ। ਇਹ ਦੁਨੀਆ ਦੇ ਰੰਗ ਤੁਹਾਨੂੰ ਆਪਣੇ ਵੱਲ ਨਹੀਂ ਖਿੱਚ ਸਕਣਗੇ। ਅਸਲੀ ਮਰਦ ਤਾਂ ਉਹੀ ਹੈ ਜਿਸ ਦੀ ਅਖੀਰਲੇ ਸਵਾਸਾਂ ਤੱਕ ਗੁਰੂ ਦੇ ਚਰਨਾਂ ਨਾਲ ਨਿਭ ਜਾਵੇ। ਜਿਉਣਾ ਤਾਂ ਉਸ ਦਾ ਹੈ। ਬੜਿਆਂ ਨੂੰ ਦੇਖੀਦਾ ਹੈ, ਕਈ ਵਾਰ ਬੜਾ ਚਾਅ ਚੜ੍ਹਦਾ ਹੈ ਅੰਮ੍ਰਿਤ ਵੇਲੇ ਜਾਗਣ ਦਾ, ਬਾਣੀ ਪੜ੍ਹਨ ਦਾ, ਗੁਰਦੁਆਰੇ ਜਾਣ ਦਾ, ਅੰਮ੍ਰਿਤ ਛਕ ਕੇ ਗੁਰੂ ਦੇ ਸਿੱਖ ਸਜਣ ਦਾ। ਪਰ ਕੁਝ ਸਾਲਾਂ ਵਿੱਚ ਜਾਂ ਕੁਝ ਮਹੀਨਿਆਂ ਵਿੱਚ ਇਹ ਸਾਰਾ ਚਾਅ ਨਿਕਲ ਜਾਂਦਾ ਹੈ। ਕਲਯੁਗ ਐਸਾ ਪ੍ਰਭਾਵ ਪਾਉਂਦਾ ਹੈ, ਅੰਮ੍ਰਿਤ ਵੇਲਾ ਵੀ ਟੁੱਟ ਜਾਂਦਾ ਹੈ, ਗੁਰਸਿੱਖੀ ਜੀਵਨ ਵੀ ਨਹੀਂ ਰਹਿੰਦਾ। ਦੂਜੀ ਬਹੁ ਗਿਣਤੀ ਘੇਰ ਕੇ ਲੈ ਜਾਂਦੀ ਹੈ। ਜੇ ਸੁਖਮਨੀ ਸਾਹਿਬ ਦਾ ਲੜ ਫੜਾਂਗੇ, ਫਿਰ ਅੱਗੇ ਵੱਧਦੇ ਜਾਵਾਂਗੇ। ਆਪਣੇ ਘਰਾਂ ਵਿੱਚ ਵੱਧ ਤੋਂ ਵੱਧ ਸੁਖਮਨੀ ਸਾਹਿਬ ਦਾ ਪਹਿਰਾ ਰੱਖਿਆ ਕਰੀਏ। ਧੰਨਵਾਦ। ਪੜ੍ਹਨ ਲੱਗਿਆਂ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜਾਚਕਾਂ, ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਚੈਨਲ ਨਾਲ ਜੁੜੇ ਰਹੋ। ਧੰਨਵਾਦ।